ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਿੱਖ ਪੰਥ ਦੇ ਪਹਿਲੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵਿਚਾਰ ਕਰਾਂਗੇ। ਆਪ ਜੀ ਦਾ ਜਨਮ ਸਨ 1670 ਰਾਜੌਰੀ ਜ਼ਿਲ੍ਹਾ ਪੁੰਛ ਕਸ਼ਮੀਰ ਵਿਖੇ ਹੋਇਆ। ਪਰਿਵਾਰ ਵੱਲੋਂ ਨਾਮ ਰੱਖਿਆ ਗਿਆ ਲਛਮਣ ਦੇਵ। ਬਚਪਨ ਤੋਂ ਹੀ ਤੀਰਅੰਦਾਜ਼ੀ ਸ਼ਿਕਾਰ ਦੇ ਸ਼ੌਕੀਨ ਸਨ। ਆਮ ਤੌਰ ਤੇ ਜੰਗਲ ਵਿੱਚ ਸ਼ਿਕਾਰ ਲਈ ਜਾਂਦੇ ਰਹਿੰਦੇ। ਇੱਕ ਘਟਨਾ ਨੇ ਆਪ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਅਸਰ ਪਾਇਆ। ਆਪ ਜੀ ਦੇ ਤੀਰ ਨਾਲ ਇੱਕ ਹਿਰਨੀ ਦੀ ਮੌਤ ਹੋ ਗਈ। ਹਿਰਨੀ ਦੇ ਪੇਟ ਵਿੱਚੋਂ ਦੋ ਛੋਟੇ ਛੋਟੇ ਬੱਚੇ ਨਿਕਲ ਕੇ ਤੜਪ ਤੜਪ ਕੇ ਮਰ ਗਏ। ਬਾਬਾ ਜੀ ਨੇ ਇਸ ਤੋਂ ਬਾਅਦ ਘਰ ਘਾਟ ਛੱਡ ਦਿੱਤਾ, ਜੰਗਲਾਂ ਵਿੱਚ ਚਲੇ ਗਏ। ਇੱਕ ਸਾਧੂ ਜਾਨਕੀ ਦਾਸ ਨੂੰ ਆਪਣਾ ਗੁਰੂ ਧਾਰਨ ਕੀਤਾ, ਉਸ ਕੋਲੋਂ ਪਹਿਲੀ ਦਿਖਿਆ ਲਈ। ਕੁਝ ਸਮੇਂ ਬਾਅਦ ਬੈਰਾਗੀ ਰਾਮਦਾਸ ਨੂੰ ਗੁਰੂ ਧਾਰਨ ਕੀਤਾ ਤੇ ਆਪਣਾ ਨਾਮ ਬਦਲ ਕੇ ਮਾਧੋਦਾਸ ਬੈਰਾਗੀ ਰੱਖ ਲਿਆ। ਕੁਝ ਸਾਲਾਂ ਬਾਅਦ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਪੰਚਵਟੀ ਦੇ ਜੰਗਲਾਂ ਵਿੱਚ ਸਵਾਮੀ ਔਗੜਨਾਥ ਕੋਲ ਚਲੇ ਗਏ। ਉਸ ਕੋਲੋਂ ਯੋਗ ਵਿਦਿਆ ਦੀ ਪ੍ਰਾਪਤੀ ਕੀਤੀ, ਰਿੱਧੀਆਂ ਸਿੱਧੀਆਂ ਸਿੱਖੀਆਂ ਤੇ ਉਸ ਦੀ ਮੌਤ ਤੋਂ ਬਾਅਦ ਨਾਂਦੇੜ ਵਿਖੇ ਜਾ ਕੇ ਆਪਣਾ ਡੇਰਾ ਬਣਾ ਲਿਆ। ਰਿੱਧੀਆਂ ਸਿੱਧੀਆਂ ਦੇ ਬੜੇ ਮਾਹਰ ਸਨ। ਜਿਹੜਾ ਵੀ ਕੋਈ ਆਂਦਾ ਉਸ ਤੇ ਰਿੱਧੀਆਂ ਸਿੱਧੀਆਂ ਦਾ ਦਿਖਾਵਾ ਕਰਦੇ, ਪ੍ਰਗਟਾਵਾ ਕਰਦੇ। ਸਨ 1708 ਦੇ ਵਿੱਚ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨਾਂਦੇੜ ਪਹੁੰਚਦੇ ਨੇ ਤਾਂ ਆਪ ਜੀ ਵੀ ਮਾਧੋਦਾਸ ਦੇ ਡੇਰੇ ਤੇ ਜਾਂਦੇ ਨੇ। ਮਾਧੋਦਾਸ ਦੀਆਂ ਰਿੱਧੀਆਂ ਸਿੱਧੀਆਂ ਦਾ ਆਪ ਦੇ ਉੱਪਰ ਕੋਈ ਅਸਰ ਨਹੀਂ ਹੁੰਦਾ। ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਤੁਸੀਂ ਕੌਣ ਹੋ? ਕਹਿੰਦੇ, ਤੂੰ ਮੈਨੂੰ ਜਾਣਦਾ ਹੈ, ਆਪਣੇ ਅੰਦਰ ਝਾਤ ਮਾਰ ਕੇ ਵੇਖ ਤੇ ਪਹਿਚਾਨ ਮੈਂ ਕੌਣ ਹਾਂ। ਕਹਿੰਦਾ, ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਪਾਤਸ਼ਾਹ ਕਹਿੰਦੇ, ਹਾਂ। ਤੂੰ ਕੌਣ ਹੈ? ਕਹਿੰਦਾ, ਜੀ ਮੈਂ ਆਪ ਜੀ ਦਾ ਬੰਦਾ ਹਾਂ। ਗੁਰੂ ਮਹਾਰਾਜ ਮਾਧੋਦਾਸ ਨੂੰ ਆਪਣਾ ਸਿੱਖ ਬਣਾਉਂਦੇ ਨੇ। ਖੰਡੇ ਬਾਟੇ ਦੀ ਪੌਲ ਛਕਾ ਕੇ ਨਾਮ ਰੱਖਦੇ ਨੇ ਬੰਦਾ ਸਿੰਘ ਬਹਾਦਰ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸਜਣ ਤੋਂ ਬਾਅਦ ਗੁਰਸਿੱਖੀ ਦੇ ਸਿਧਾਂਤਾਂ ਨਾਲ ਜਾਣ ਪਛਾਣ ਪਾਉਂਦੇ ਨੇ, ਇਤਿਹਾਸ ਨਾਲ ਜਾਣ ਪਛਾਣ ਪਾਉਂਦੇ ਨੇ। ਗੁਰੂ ਸਾਹਿਬਾਨਾਂ ਦੀਆਂ, ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਆਪ ਦੇ ਜੀਵਨ ਤੇ ਬਹੁਤ ਅਸਰ ਕਰਦੀਆਂ ਨੇ ਤੇ ਆਪ ਦਾ ਜੀਵਨ ਫਿਰ ਬਦਲ ਜਾਂਦਾ ਹੈ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਣ ਦਾ ਫੈਸਲਾ ਕਰਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਮਿਸ਼ਨ ਦਿੰਦੇ ਨੇ। ਪੰਜਾਬ ਦੇ ਵਿੱਚ ਜਿਹੜੇ ਜ਼ੁਲਮ ਹੋ ਰਹੇ ਨੇ ਉਹਨਾਂ ਜ਼ੁਲਮਾਂ ਦਾ ਖਾਤਮਾ ਕਰਨ ਦੇ ਲਈ 5 ਤੀਰ, ਇੱਕ ਨਗਾਰਾ, ਇੱਕ ਹੁਕਮਨਾਮਾ, ਇੱਕ ਨਿਸ਼ਾਨ ਸਾਹਿਬ ਅਤੇ 5 ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਾਂਦੇ ਨੇ। ਬਹੁਤ ਵੱਡਾ ਹੁੰਗਾਰਾ ਮਿਲਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਪਹੁੰਚਣ ਤੇ। ਬੜੇ ਸਾਰੇ ਗੁਰਸਿੱਖ ਭਾਰੀ ਗਿਣਤੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆ ਰਲਦੇ ਨੇ। ਉਸ ਜ਼ੁਲਮ ਨੂੰ ਖਤਮ ਕਰਨ ਲਈ ਸਭ ਦੇ ਵਿੱਚ ਚਾਅ ਹੈ। ਬਾਬਾ ਬੰਦਾ ਸਿੰਘ ਬਹਾਦਰ ਇਸ ਮਿਸ਼ਨ ਦੀ ਸ਼ੁਰੂਆਤ ਕੈਥਲ ਤੋਂ ਕਰਦੇ ਨੇ। ਸਮਾਣੇ ਜਿੱਥੋਂ ਦੇ ਰਹਿਣ ਵਾਲੇ ਜਲਾਦਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ, ਉਸ ਸ਼ਹਿਰ ਤੇ ਕਬਜ਼ਾ ਕਰਦੇ ਨੇ। ਕੁੜਾਮ, ਠਸਕਾ, ਮੁਸਤਫਾਬਾਦ, ਕਪੂਰੀ ਆਦਿ ਸ਼ਹਿਰਾਂ ਕਸਬਿਆਂ ਤੇ ਜਿੱਤ ਪ੍ਰਾਪਤ ਕਰਦੇ ਨੇ। ਸਡੋਰਾ ਜਿੱਥੋਂ ਦੇ ਰਹਿਣ ਵਾਲੇ ਪੀਰ ਬੁੱਧੂ ਸ਼ਾਹ ਨੂੰ ਉੱਥੋਂ ਦੇ ਮੁਗਲ ਹਾਕਮ ਨੇ ਇਸ ਕਰਕੇ ਤਸੀਹੇ ਦੇ ਕੇ ਮਾਰ ਦਿੱਤਾ ਸੀ ਕਿ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਦਦ ਕਿਉਂ ਕੀਤੀ ਸੀ।
ਉਸ ਨੂੰ ਵੀ ਉਸ ਦੀ ਇਸ ਕਾਰਵਾਈ ਕਾਰਨ ਸਜ਼ਾ ਦਿੱਤੀ ਜਾਂਦੀ ਹੈ। ਹੁਣ ਬਾਬਾ ਜੀ ਦੇ ਨਾਲ ਦੁਆਬੇ ਅਤੇ ਮਾਝੇ ਦੇ ਸਿੰਘ ਵੀ ਸ਼ਾਮਲ ਹੋ ਜਾਂਦੇ ਨੇ। ਸਨ 1710 ਦੇ ਮਈ ਮਹੀਨੇ ਦੀ 12 ਤਾਰੀਖ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਖਾਲਸਾ ਫੌਜਾਂ ਅਤੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੀਆਂ ਫੌਜਾਂ ਦਾ ਚੱਪੜਚਿੜੀ ਦੇ ਮੈਦਾਨ ਵਿੱਚ ਮੁਕਾਬਲਾ ਹੁੰਦਾ ਹੈ। ਵਜ਼ੀਰ ਖਾਨ ਦੀ ਮੌਤ ਹੋ ਜਾਂਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿੱਤ ਪ੍ਰਾਪਤ ਹੁੰਦੀ ਹੈ। 14 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਤੇ ਕਬਜ਼ਾ ਕਰਦੇ ਨੇ। ਸਰਹੰਦ ਤੇ ਕਬਜ਼ਾ ਕਰਕੇ ਜਦੋਂ ਸਿੱਖ ਉੱਥੋਂ ਦੇ ਉਸ ਸ਼ਹਿਰ ਨੂੰ ਖਤਮ ਕਰ ਦਿੰਦੇ ਨੇ, ਤਬਾਹ ਕਰ ਦਿੰਦੇ ਨੇ, ਇੱਟ ਨਾਲ ਇੱਟ ਖੜਕਾ ਦਿੰਦੇ ਨੇ। ਪਰ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਿਆ ਜਾਂਦਾ ਹੈ ਕਿ ਕਿਸੇ ਧਰਮ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਵਿਸ਼ੇਸ਼ ਤੌਰ ਤੇ ਮਸਜਿਦ ਨੂੰ ਨੁਕਸਾਨ ਬਿਲਕੁਲ ਨਹੀਂ ਪਹੁੰਚਣ ਦਿੰਦੇ। ਬਾਬਾ ਬੰਦਾ ਸਿੰਘ ਬਹਾਦਰ ਇੱਕ ਸਿੱਖ ਭਾਈ ਆਲੀ ਸਿੰਘ, ਜੋ ਕਿਸੇ ਸਮੇਂ ਵਜ਼ੀਰ ਖਾਨ ਦਾ ਮੁਲਾਜ਼ਮ ਸੀ, ਉਸ ਭਾਈ ਆਲੀ ਸਿੰਘ ਨੂੰ ਨਾਲ ਲਿਜਾ ਕੇ ਉਸ ਅਸਥਾਨ ਦੇ ਉਸ ਦਰਸ਼ਨ ਕਰਦੇ ਨੇ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ। ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਉਸ ਦੀਵਾਰ ਤੇ ਸਿਰ ਰੱਖਦੇ ਨੇ ਤੇ ਹੰਝੂਆਂ ਦੇ ਨਾਲ ਉਹ ਦੀਵਾਰ ਨੂੰ ਗਿੱਲੀ ਕਰ ਦਿੰਦੇ ਨੇ। ਭਾਈ ਬਾਜ ਸਿੰਘ ਨੂੰ ਸਰਹੰਦ ਦਾ ਗਵਰਨਰ ਥਾਪ ਦਿੱਤਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਰਾਜ ਨੂੰ ਹੋਰ ਫੈਲਾਉਂਦੇ ਨੇ। ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨਾਮ ਤੇ ਮੋਹਰ ਜਾਰੀ ਕੀਤੀ ਜਾਂਦੀ ਹੈ। ਜਾਗੀਰਦਾਰੀ ਪ੍ਰਥਾ ਦਾ ਖਾਤਮਾ ਕਰ ਦਿੱਤਾ ਜਾਂਦਾ ਹੈ। ਕੰਮ ਕਰਨ ਵਾਲਿਆਂ ਨੂੰ ਉਹਨਾਂ ਦਾ ਹੱਕ ਮਿਲਦਾ ਹੈ। ਇਹ ਬੜਾ ਵੱਡਾ ਫੈਸਲਾ ਸੀ ਜਿਸ ਕਾਰਨ ਸਾਰੇ ਲੋਕ ਆਪ ਤੋਂ ਬੜੇ ਪ੍ਰਸੰਨ ਹੁੰਦੇ ਨੇ। ਸਭ ਦੇ ਨਾਲ ਇੱਕੋ ਜਿਹਾ ਸਲੂਕ ਹੁੰਦਾ, ਕੋਈ ਭੇਦਭਾਵ ਨਹੀਂ ਕਿਸੇ ਧਰਮ ਦਾ ਵੀ ਹੋਵੇ ਕੋਈ। ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਵਿੱਚ ਮੁਸਲਮਾਨ ਵੀ ਸ਼ਾਮਲ ਹੋ ਜਾਂਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਆਪਣੇ ਰਾਜ ਦਾ ਫੈਲਾਅ ਕਰਦੇ ਨੇ। ਉਧਰੋਂ ਸਨ 1713 ਦੇ ਵਿੱਚ ਫਰਕਸ਼ੀਅਰ ਗੱਦੀ ਤੇ ਬੈਠਦਾ ਤੇ ਆਪਣਾ ਧਿਆਨ ਪੰਜਾਬ ਵੱਲ ਕਰਦਾ ਹੈ। ਬਹੁਤ ਸਖਤੀ ਕਰਦਾ ਹੈ ਪੰਜਾਬ ਦੇ ਵਿੱਚ। ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਘੇਰ ਲਏ ਜਾਂਦੇ ਨੇ। ਬੜਾ ਲੰਬਾ ਘੇਰਾ ਚੱਲਦਾ ਹੈ। ਖਾਣ ਪੀਣ ਦਾ ਸਾਰਾ ਸਮਾਨ ਖਤਮ ਹੋ ਜਾਂਦਾ ਹੈ। ਘਾਹ ਬੂਟੇ ਵੀ ਖਤਮ ਹੋ ਜਾਂਦੇ ਨੇ। ਇੱਥੇ ਤੱਕ ਇਤਿਹਾਸ ਵਿੱਚ ਲਿਖਿਆ ਹੈ ਕਿ ਘੋੜਿਆਂ ਦੇ ਤੇ ਸਿੱਖਾਂ ਨੇ ਆਪਣੇ ਪੱਟਾਂ ਦੇ ਮਾਸ ਤੱਕ ਖਾਧੇ ਨੇ। ਉਸ ਘੇਰੇ ਨੂੰ ਤੋੜ ਕੇ ਸੈਂਕੜੇ ਸਿੰਘਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇੱਕ ਪਿੰਜਰੇ ਵਿੱਚ ਬੰਦ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਹਾਥੀ ਉੱਤੇ ਬਿਠਾ ਕੇ ਲਾਹੌਰ ਸ਼ਹਿਰ ਵਿੱਚ ਜਲੂਸ ਕੱਢਿਆ ਜਾਂਦਾ ਹੈ। ਫਿਰ ਜਲੂਸ ਦੀ ਸ਼ਕਲ ਵਿੱਚ ਹੀ ਦਿੱਲੀ ਲੈ ਕੇ ਜਾਇਆ ਜਾਂਦਾ ਹੈ। ਉੱਥੇ ਜਾ ਕੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਸਿੱਖ ਨੇ 100 ਦੀ ਗਿਣਤੀ ਵਿੱਚ ਰੋਜ਼ਾਨਾ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਉਸ ਸਮੇਂ ਦੇ ਲਿਖਾਰੀ ਲਿਖਦੇ ਨੇ, ਅੰਗਰੇਜ਼ ਲਿਖਾਰੀ ਵੀ ਲਿਖਦੇ ਨੇ, ਜਿਨ੍ਹਾਂ ਨੇ ਆਪਣੀ ਅੱਖੀਂ ਸਭ ਕੁਝ ਦੇਖਿਆ ਕਿ 100 ਦੀ ਗਿਣਤੀ ਵਿੱਚ ਰੋਜ਼ਾਨਾ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਪਰ ਉਹ ਆਪਣਾ ਧਰਮ ਨਹੀਂ ਛੱਡਦੇ। ਇੱਕ ਨੌਜਵਾਨ ਬੱਚਾ ਜਿਸ ਦੀ ਮਾਂ ਫਰਕਸ਼ੀਅਰ ਕੋਲ ਇਹ ਗੱਲ ਕਹਿੰਦੀ ਕਿ ਇਹ ਮੇਰਾ ਬੱਚਾ ਸਿੱਖ ਨਹੀਂ ਹੈ, ਇਹ ਸਿੱਖਾਂ ਦਾ ਕੈਦੀ ਹੈ, ਉਸ ਨੂੰ ਛੱਡ ਦਿੱਤਾ ਜਾਵੇ। ਫਰਕਸ਼ੀਅਰ ਉਸ ਨੂੰ ਰਿਹਾ ਕਰਨ ਦਾ ਹੁਕਮ ਕਰਦਾ, ਪਰ ਉਹ ਬੱਚਾ ਕਹਿੰਦਾ ਕਿ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਦਾ ਸਿੱਖ ਹਾਂ। ਉਹ ਸ਼ਹੀਦੀ ਪ੍ਰਾਪਤ ਕਰਦਾ। ਇਹ ਬੜਾ ਹੈਰਾਨਗੀ ਭਰੀ ਗੱਲ ਹੈ ਕਿ ਕੋਈ ਇੱਕ ਵੀ ਆਪਣੇ ਧਰਮ ਤੋਂ ਨਹੀਂ ਡੋਲਦਾ। ਆਖਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਿਰੌਲੀ ਵਿਖੇ ਕੁਤਬ ਮੀਨਾਰ ਦੇ ਕੋਲ ਉੱਥੇ ਲੈ ਕੇ ਜਾਇਆ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਉੱਤੇ ਬੜੇ ਤਸੀਹੇ ਕੀਤੇ ਜਾਂਦੇ ਨੇ। ਉਹਨਾਂ ਦੇ ਸਪੁੱਤਰ 4 ਸਾਲ ਦੀ ਉਮਰ ਦਾ ਉਹਨਾਂ ਦਾ ਸਪੁੱਤਰ ਹੈ। ਉਹਨਾਂ ਦੇ ਸਪੁੱਤਰ ਨੂੰ ਉਹਨਾਂ ਦੀ ਝੋਲੀ 'ਚ ਬਿਠਾ ਕੇ ਕਿਹਾ ਜਾਂਦਾ ਕਿ ਇਸ ਦਾ ਪੇਟ ਚੀਰ, ਪਰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨੇ ਨਹੀਂ। ਉਹ ਆਪ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਨਾਂ ਦੇ ਪੁੱਤਰ ਨੂੰ ਸ਼ਹੀਦ ਕਰਕੇ ਉਸ ਦਾ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਉਂਦੇ ਨੇ, ਪਰ ਬਾਬਾ ਜੀ ਨਹੀਂ ਡੋਲਦੇ। ਉਹ ਲਛਮਣ ਦਾਸ 15 ਸਾਲ ਦੀ ਉਮਰ ਵਿੱਚ
ਹਿਰਨੀ ਦੇ ਬੱਚਿਆਂ ਨੂੰ ਦੇਖ ਕੇ ਡੋਲ ਗਿਆ। ਪਰ ਅੱਜ ਉਹੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਬਣ ਗਏ ਨੇ, ਗੁਰੂ ਦੀ ਕਿਰਪਾ ਹੋ ਗਈ ਹੈ, ਆਪਣੇ ਪੁੱਤਰ ਦੀ ਸ਼ਹਾਦਤ ਨੂੰ ਵੇਖ ਕੇ ਵੀ ਨਹੀਂ ਡੋਲ ਰਹੇ। ਗੁਰੂ ਦੀ ਕਿਰਪਾ ਦੀ ਨਿਸ਼ਾਨੀ ਹੈ। ਬਾਬਾ ਬੰਦਾ ਸਿੰਘ ਬਹਾਦਰ ਤੇ ਬਹੁਤ ਤਸੀਹੇ ਕੀਤੇ ਜਾਂਦੇ ਨੇ, ਉਹਨਾਂ ਦੀਆਂ ਅੱਖਾਂ ਤੱਕ ਕੱਢ ਲਈਆਂ ਜਾਂਦੀਆਂ ਨੇ, ਗਰਮ ਗਰਮ ਜਮੂਰਾਂ ਦੇ ਨਾਲ ਮਾਸ ਨੋਚਿਆ ਜਾਂਦਾ ਹੈ, ਤੇ ਆਖਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਪਹਿਲੇ ਸਿੱਖ ਜਰਨੈਲ ਬਣੇ ਨੇ ਬਾਬਾ ਬੰਦਾ ਸਿੰਘ ਬਹਾਦਰ, ਔਰ ਉਹਨਾਂ ਨੇ ਉਹ ਫੈਸਲਾ ਕੀਤਾ ਜਿਹੜਾ ਅੱਜ ਤੱਕ ਯਾਦ ਕੀਤਾ ਜਾਂਦਾ, ਜਗੀਰਦਾਰੀ ਪ੍ਰਥਾ ਨੂੰ ਖਤਮ ਕਰਨ ਦਾ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਦੀ ਸਿੱਖੀ ਨੂੰ ਨਿਭਾਉਂਦਿਆਂ ਹੋਇਆਂ ਸ਼ਹਾਦਤ ਪ੍ਰਾਪਤ ਕਰਦੇ ਨੇ। ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਨਮਸਕਾਰ ਹੈ, ਕੋਟ ਕੋਟ ਨਮਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।